ਭਾਰਤ ਵਿੱਚ ਜਾਇਦਾਦ ਦੇ ਹੱਕਾਂ ਨੂੰ ਲੈ ਕੇ ਇੱਕ ਬਹੁਤ ਵੱਡਾ ਕਾਨੂੰਨੀ ਬਦਲਾਅ ਆਇਆ ਹੈ। ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਯਾਨੀ ਸੁਪਰੀਮ ਕੋਰਟ ਨੇ ਹਾਲ ਹੀ ਵਿੱਚ ਕੁਝ ਅਜਿਹੇ ਨਿਯਮ ਬਣਾਏ ਨੇ ਜਿਸ ਨਾਲ ਸਰਕਾਰ ਤੇ ਆਮ ਨਾਗਰਿਕ ਦੇ ਵਿਚਾਲੇ ਤਾਕਤ ਦਾ ਪੂਰਾ ਸਮੀਕਰਨ ਹੀ ਬਦਲ ਗਿਆ ਹੈ। ਇਹ ਇੱਕ ਅਜਿਹਾ ਸਵਾਲ ਹੈ ਜੋ ਸਾਲਾਂ ਤੋਂ ਬਹਿਸ ਦਾ ਵਿਸ਼ਾ ਰਿਹਾ ਹੈ। ਕੀ ਸਰਕਾਰ ਨੂੰ ਹੱਕ ਹੈ ਕਿ ਉਹ ਕਿਸੇ ਦੀ ਨਿੱਜੀ ਜ਼ਮੀਨ ਜਾਂ ਘਰ ਨੂੰ ਜਨਤਕ ਕੰਮ ਦਾ ਹਵਾਲਾ ਦੇ ਕੇ ਆਪਣੇ ਕਬਜ਼ੇ ਵਿੱਚ ਲੈ ਲਵੇ? ਇਸ ਦਾ ਜਵਾਬ ਹਮੇਸ਼ਾ ਹੀ ਖੈਰ ਥੋੜਾ ਗੁੰਝਲਦਾਰ ਰਿਹਾ ਹੈ। ਪਰ ਹੁਣ ਹੋਰ ਨਹੀਂ। ਸਾਲ 2024 ਵਿੱਚ ਸੁਪਰੀਮ ਕੋਰਟ ਦੇ ਇੱਕ ਇਤਿਹਾਸਿਕ ਫੈਸਲੇ ਨੇ ਇਸ ਸਵਾਲ ਦਾ ਜਵਾਬ ਬਿਲਕੁਲ ਸਾਫ਼ ਕਰ ਦਿੱਤਾ ਹੈ ਅਤੇ ਇਹ ਜਵਾਬ ਪਹਿਲਾਂ ਨਾਲੋਂ ਬਹੁਤ ਵੱਖਰਾ ਹੈ। ਤਾਂ ਫਿਰ ਆਓ ਸਮਝਦੇ ਹਾਂ ਕਿ ਇਹ ਪੂਰਾ ਮਾਮਲਾ ਹੈ ਕੀ ਅਤੇ ਇਸ ਦੇ ਕੀ ਮਾਇਨੇ ਹਨ। ਸਭ ਤੋਂ ਪਹਿਲਾਂ ਆਪਾਂ ਸਿੱਧਾ ਉਸ ਕੇਸ ਦੀ ਗੱਲ ਕਰਦੇ ਹਾਂ ਜਿੱਥੋਂ ਇਹ ਸਾਰਾ ਬਦਲਾਅ ਸ਼ੁਰੂ ਹੋਇਆ। ਕੇਸ ਦਾ ਨਾਮ ਹੈ ਪ੍ਰਾਪਰਟੀ ਓਨਰਜ਼ ਐਸੋਸੀਏਸ਼ਨ ਬਨਾਮ ਮਹਾਰਾਸ਼ਟਰਾ ਰਾਜ। ਸਾਲ 2024 ਵਿੱਚ ਸੁਪਰੀਮ ਕੋਰਟ ਦੇ 9 ਜੱਜਾਂ ਦੇ ਇੱਕ ਬਹੁਤ ਵੱਡੇ ਸੰਵਿਧਾਨਿਕ ਬੈਂਚ ਨੇ ਇਹ ਫੈਸਲਾ ਦਿੱਤਾ। ਇਸ ਦਾ ਨਤੀਜਾ? ਇਸ ਨੇ ਸਰਕਾਰ ਦੀ ਨਿੱਜੀ ਜਾਇਦਾਦ ਹਾਸਲ ਕਰਨ ਦੀ ਤਾਕਤ ਤੇ ਕਾਫੀ ਹੱਦ ਤੱਕ ਰੋਕ ਲਗਾ ਦਿੱਤੀ। ਹੁਣ ਇਹ ਫੈਸਲਾ ਇੰਨਾ ਅਹਿਮ ਕਿਉਂ ਹੈ? ਉਹ ਇਸ ਲਈ ਕਿਉਂਕਿ ਇਸ ਨੇ ਦੋ ਬਹੁਤ ਪੁਰਾਣੇ ਫੈਸਲਿਆਂ ਨੂੰ ਪੂਰੀ ਤਰ੍ਹਾਂ ਪਲਟ ਦਿੱਤਾ। ਇੱਕ 1978 ਦਾ ਸੀ ਤੇ ਦੂਜਾ 1983 ਦਾ। ਇਹ ਉਹ ਫੈਸਲੇ ਸਨ ਜਿਨ੍ਹਾਂ ਨੇ ਸਰਕਾਰ ਨੂੰ ਨਿੱਜੀ ਜਾਇਦਾਦ ਨੂੰ ਭਾਈਚਾਰੇ ਦਾ ਸਰੋਤ ਕਹਿ ਕੇ ਹਾਸਲ ਕਰਨ ਦੀ ਇੱਕ ਤਰ੍ਹਾਂ ਨਾਲ ਖੁੱਲ੍ਹੀ ਛੋੜ ਦਿੱਤੀ ਹੋਈ ਸੀ। ਇਹ ਸਮਝਣ ਲਈ ਕਿ ਇਹ ਫੈਸਲਾ ਇੰਨਾ ਵੱਡਾ ਕਿਉਂ ਹੈ, ਸਾਨੂੰ ਭਾਰਤ ਵਿੱਚ ਜਾਇਦਾਦ ਦੇ ਅਧਿਕਾਰ ਦੇ ਥੋੜੇ ਜਿਹੇ ਉਤਰਾਓ-ਚੜਾਓ ਵਾਲੇ ਇਤਿਹਾਸ ਨੂੰ ਵੇਖਣਾ ਪਵੇਗਾ। ਦੇਖੋ, ਸ਼ੁਰੂ ਵਿੱਚ ਜਦੋਂ ਭਾਰਤ ਦਾ ਸੰਵਿਧਾਨ ਬਣਿਆ ਸੀ ਤਾਂ ਜਾਇਦਾਦ ਦਾ ਹੱਕ ਇੱਕ ਮੌਲਿਕ ਅਧਿਕਾਰ ਹੁੰਦਾ ਸੀ, ਯਾਨੀ ਸਭ ਤੋਂ ਮਜ਼ਬੂਤ ਕਾਨੂੰਨੀ ਸੁਰੱਖਿਆ। ਪਰ 1971 ਵਿੱਚ ਪੱਛਮੀ ਸੋਧ ਨੇ ਇਸ ਦੀ ਤਾਕਤ ਨੂੰ ਥੋੜਾ ਘਟਾ ਦਿੱਤਾ ਤੇ ਫਿਰ ਆਇਆ 1978 ਵਿੱਚ ਸਭ ਤੋਂ ਵੱਡਾ ਝਟਕਾ। 44ਵੀਂ ਸੋਧ ਨੇ ਇਸ ਨੂੰ ਮੌਲਿਕ ਅਧਿਕਾਰਾਂ ਦੀ ਲਿਸਟ ਵਿੱਚੋਂ ਹੀ ਬਾਹਰ ਕੱਢ ਦਿੱਤਾ। ਹੁਣ ਇਹ ਸਿਰਫ ਇੱਕ ਸੰਵਿਧਾਨਿਕ ਅਧਿਕਾਰ ਰਹਿ ਗਿਆ ਸੀ। ਤਾਂ ਫਿਰ ਮੌਲਿਕ ਅਧਿਕਾਰ ਤੇ ਸੰਵਿਧਾਨਿਕ ਅਧਿਕਾਰ ਵਿੱਚ ਫਰਕ ਕੀ ਹੈ? ਦੇਖੋ, ਜਦੋਂ ਇਹ ਮੌਲਿਕ ਅਧਿਕਾਰ ਸੀ ਤਾਂ ਸੰਸਦ ਵੀ ਇਸ ਨੂੰ ਆਸਾਨੀ ਨਾਲ ਨਹੀਂ ਖੋਹ ਸਕਦੀ ਸੀ, ਪਰ ਜਦੋਂ ਇਹ ਸਿਰਫ ਇੱਕ ਸੰਵਿਧਾਨਿਕ ਅਧਿਕਾਰ ਬਣ ਗਿਆ ਤਾਂ ਇਸ ਦੀ ਸੁਰੱਖਿਆ ਦੀ ਢਾਲ ਕਮਜ਼ੋਰ ਹੋ ਗਈ। ਯਾਨੀ ਹੁਣ ਇਹ ਸੁਰੱਖਿਆ ਸੰਸਦ ਦੇ ਬਣਾਏ ਕਾਨੂੰਨ ਖਿਲਾਫ ਨਹੀਂ, ਸਗੋਂ ਸਿਰਫ ਸਰਕਾਰੀ ਅਫਸਰਾਂ ਦੀ ਮਨਮਾਨੀ ਦੇ ਖਿਲਾਫ ਰਹਿ ਗਈ। ਅਤੇ ਇਸੇ ਬਦਲਾਅ ਕਰਕੇ ਸਰਕਾਰ ਦੀ ਤਾਕਤ ਅਤੇ ਇੱਕ ਵਿਅਕਤੀ ਦੀ ਨਿੱਜੀ ਜਾਇਦਾਦ ਦੇ ਹੱਕ ਵਿਚਕਾਰ ਇੱਕ ਵੱਡਾ ਕਾਨੂੰਨੀ ਟਕਰਾਅ ਪੈਦਾ ਹੋ ਗਿਆ, ਜਿਸ ਨੂੰ ਹੱਲ ਕਰਨਾ ਆਖਿਰਕਾਰ ਸੁਪਰੀਮ ਕੋਰਟ ਦੇ ਹਿੱਸੇ ਆਇਆ। ਇਸ ਟਕਰਾਅ ਦੇ ਇੱਕ ਪਾਸੇ ਹੈ ਸੰਵਿਧਾਨ ਦੀ ਧਾਰਾ 39B। ਇਹ ਕਹਿੰਦੀ ਹੈ ਕਿ ਸਰਕਾਰ ਨੂੰ ਭਾਈਚਾਰੇ ਦੇ ਸਰੋਤਾਂ ਨੂੰ ਸਭ ਦੇ ਭਲੇ ਲਈ ਵੰਡਣਾ ਚਾਹੀਦਾ ਹੈ। ਅਤੇ ਇਸ ਸਾਰੇ ਝਗੜੇ ਦੀ ਜੜ ਸੀ ਇਹ ਛੋਟਾ ਜਿਹਾ ਵਾਕ, ਭਾਈਚਾਰੇ ਦਾ ਭੌਤਿਕ ਸਰੋਤ। ਸਾਰੀ ਬਹਿਸ ਇਸ ਗੱਲ ਤੇ ਸੀ ਕਿ ਇਸ ਦਾ ਅਸਲ ਮਤਲਬ ਕੀ ਹੈ। ਸਰਕਾਰਾਂ ਇਸੇ ਦੀ ਆੜ ਲੈ ਕੇ ਨਿੱਜੀ ਜਾਇਦਾਦ ਹਾਸਲ ਕਰਨ ਨੂੰ ਸਹੀ ਠਹਿਰਾਉਂਦੀਆਂ ਆ ਰਹੀਆਂ ਸਨ। ਹੁਣ ਟਕਰਾਅ ਦੇ ਦੂਜੇ ਪਾਸੇ ਹੈ ਨਾਗਰਿਕਾਂ ਦੀ ਸੁਰੱਖਿਆ, ਯਾਨੀ ਧਾਰਾ 300A। ਇਹ ਸਾਫ਼-ਸਾਫ਼ ਕਹਿੰਦੀ ਹੈ ਕਿ ਕਿਸੇ ਵੀ ਇਨਸਾਨ ਨੂੰ ਉਸ ਦੀ ਜਾਇਦਾਦ ਤੋਂ ਬਿਨਾਂ ਕਾਨੂੰਨੀ ਪ੍ਰਕਿਰਿਆ ਦੇ ਵਾਂਝਾ ਨਹੀਂ ਕੀਤਾ ਜਾ ਸਕਦਾ। ਅਤੇ ਫਿਰ ਇੱਕ ਹੋਰ ਕਾਨੂੰਨੀ ਸਿਧਾਂਤ ਹੈ ਜਿਸ ਨੂੰ ਐਮੀਨੈਂਟ ਡੋਮੇਨ ਕਹਿੰਦੇ ਹਨ। ਇਹ ਸਰਕਾਰ ਨੂੰ ਜਨਤਕ ਕੰਮ ਲਈ ਨਿੱਜੀ ਜਾਇਦਾਦ ਲੈਣ ਦੀ ਸ਼ਕਤੀ ਦਿੰਦਾ ਹੈ, ਪਰ ਇਸ ਦੀ ਇੱਕ ਸ਼ਰਤ ਹੈ, ਉਚਿਤ ਮੁਆਵਜ਼ਾ ਦੇਣਾ ਪਵੇਗਾ। ਤਾਂ ਫਿਰ ਇਸ ਸਾਰੇ ਕਾਨੂੰਨੀ ਪਿਛੋਕੜ ਨੂੰ ਧਿਆਨ ਵਿੱਚ ਰੱਖਦੇ ਹੋਏ ਸੁਪਰੀਮ ਕੋਰਟ ਨੇ 2014 ਵਿੱਚ ਕੀ ਨਵੇਂ ਨਿਯਮ ਸਥਾਪਿਤ ਕੀਤੇ? ਚਲੋ ਦੇਖਦੇ ਹਾਂ। ਅਦਾਲਤ ਨੇ ਇਸ ਗੁੰਝਲ ਨੂੰ ਬੜੀ ਸਫਾਈ ਨਾਲ ਸੁਲਝਾਇਆ। ਪਹਿਲੀ ਤੇ ਸਭ ਤੋਂ ਅਹਿਮ ਗੱਲ, ਹਰ ਨਿੱਜੀ ਜਾਇਦਾਦ ਆਪਣੇ ਆਪ ਭਾਈਚਾਰੇ ਦਾ ਸਰੋਤ ਨਹੀਂ ਬਣ ਜਾਂਦੀ। ਦੂਜਾ, ਅਦਾਲਤ ਨੇ ਕਿਹਾ ਕਿ ਧਾਰਾ 39B ਸਿਰਫ ਇੱਕ ਨਿਰਦੇਸ਼ ਹੈ, ਜਾਇਦਾਦ ਖੋਹਣ ਦਾ ਹਥਿਆਰ ਨਹੀਂ। ਅਸਲ ਸ਼ਕਤੀ ਤਾਂ ਐਮੀਨੈਂਟ ਡੋਮੇਨ ਤੋਂ ਮਿਲਦੀ ਹੈ। ਅਤੇ ਸਭ ਤੋਂ ਵੱਡੀ ਗੱਲ, ਸਰਕਾਰ ਨੂੰ ਹਰ ਹਾਲ ਵਿੱਚ ਕਾਨੂੰਨ ਦੇ ਸਾਹਮਣੇ ਸਮਾਨਤਾ ਯਾਨੀ ਧਾਰਾ 14 ਅਤੇ ਜਾਇਦਾਦ ਦੇ ਅਧਿਕਾਰ ਯਾਨੀ ਧਾਰਾ 300A ਦੋਹਾਂ ਦਾ ਸਨਮਾਨ ਕਰਨਾ ਹੀ ਪਵੇਗਾ। ਅਦਾਲਤ ਨੇ ਇੱਕ ਹੋਰ ਬਹੁਤ ਮਹੱਤਵਪੂਰਨ ਸਿਧਾਂਤ ਲਾਗੂ ਕੀਤਾ ਜਿਸ ਨੂੰ ਪਬਲਿਕ ਟਰਸਟ ਸਿਧਾਂਤ ਕਹਿੰਦੇ ਹਨ। ਇਸ ਦਾ ਮਤਲਬ ਇਹ ਹੈ ਕਿ ਸਰਕਾਰ ਸਰੋਤਾਂ ਦੀ ਮਾਲਕ ਨਹੀਂ, ਸਗੋਂ ਇੱਕ ਟਰਸਟੀ, ਇੱਕ ਰਖਵਾਲਾ ਹੈ ਜਿਸ ਦੀ ਜ਼ਿੰਮੇਵਾਰੀ ਉਹਨਾਂ ਦੀ ਸਹੀ ਵਰਤੋਂ ਕਰਨਾ ਹੈ, ਨਾ ਕਿ ਮਨਮਰਜ਼ੀ ਨਾਲ ਉਹਨਾਂ ਨੂੰ ਹਾਸਲ ਕਰਨਾ। ਤਾਂ ਫਿਰ ਇਸ ਸਾਰੇ ਕਾਨੂੰਨੀ ਦਾਅ-ਪੇਚ ਦਾ ਅਸਲ ਜ਼ਿੰਦਗੀ ਵਿੱਚ ਆਮ ਲੋਕਾਂ ਤੇ ਕੀ ਅਸਰ ਪਵੇਗਾ? ਇਹ ਨੰਬਰ 9 ਬਹੁਤ ਖਾਸ ਹੈ। ਇਹ ਦਰਸਾਉਂਦਾ ਹੈ ਕਿ ਇਹ ਕੋਈ ਮਾਮੂਲੀ ਫੈਸਲਾ ਨਹੀਂ ਸੀ। ਇਹ ਫੈਸਲਾ ਦੇਸ਼ ਦੇ 9 ਸਭ ਤੋਂ ਸੀਨੀਅਰ ਜੱਜਾਂ ਨੇ ਮਿਲ ਕੇ ਲਿਆ ਹੈ। ਕਾਨੂੰਨ ਦੀ ਦੁਨੀਆ ਵਿੱਚ ਇਸ ਤੋਂ ਵੱਡਾ ਤੇ ਵੱਧ ਪਾਰ ਵਾਲਾ ਫੈਸਲਾ ਨਹੀਂ ਹੋ ਸਕਦਾ। ਇਸ ਸਭ ਦਾ ਸਿੱਧਾ ਤੇ ਸਾਫ਼ ਸਿੱਟਾ ਇਹ ਹੈ
ਇਹ ਫੈਸਲਾ ਵਿਅਕਤੀਗਤ ਜਾਇਦਾਦ ਦੇ ਹੱਕਾਂ ਨੂੰ ਸਰਕਾਰੀ ਕਬਜ਼ੇ ਤੋਂ ਬਚਾਉਣ ਵੱਲ ਇੱਕ ਬਹੁਤ ਵੱਡਾ ਕਦਮ ਹੈ। ਇਹ ਤਾਕਤ ਦੇ ਤਰਾਜ਼ੂ ਨੂੰ ਨਾਗਰਿਕਾਂ ਦੇ ਹੱਕ ਵਿੱਚ ਝੁਕਾਉਂਦਾ ਹੈ। ਇਸ ਦਾ ਅਮਲੀ ਮਤਲਬ ਇਹ ਹੈ ਕਿ ਹੁਣ ਸਰਕਾਰ ਕਿਸੇ ਵੀ ਨਿੱਜੀ ਜ਼ਮੀਨ ਜਾਂ ਮਕਾਨ ਤੇ ਸਿਰਫ ਇਹ ਕਹਿ ਕੇ ਕਬਜ਼ਾ ਨਹੀਂ ਕਰ ਸਕਦੀ ਕਿ ਇਹ ਜਨਤਕ ਸਰੋਤ ਹੈ। ਹੁਣ ਉਸ ਨੂੰ ਕਾਨੂੰਨੀ ਤੌਰ ਤੇ ਇਸ ਨੂੰ ਸਾਬਿਤ ਕਰਨਾ ਪਵੇਗਾ ਅਤੇ ਇੱਕ ਸਹੀ ਤੇ ਨਿਆਂਪੂਰਨ ਪ੍ਰਕਿਰਿਆ ਦੀ ਪਾਲਣਾ ਕਰਨੀ ਪਵੇਗੀ। ਤਾਂ ਇਹ ਫੈਸਲਾ ਇੱਕ ਨਵੀਂ ਸ਼ੁਰੂਆਤ ਹੈ, ਪਰ ਹੁਣ ਅਸਲ ਸਵਾਲ ਇਹ ਬਣਦਾ ਹੈ ਕਿ ਜਨਤਕ ਭਲਾਈ ਅਤੇ ਨਿੱਜੀ ਹੱਕਾਂ ਵਿਚਕਾਰ ਬਣਿਆ ਇਹ ਨਵਾਂ ਸੰਤੁਲਨ ਆਉਣ ਵਾਲੇ ਸਮੇਂ ਵਿੱਚ ਭਾਰਤ ਦੇ ਭਵਿੱਖ ਨੂੰ ਕਿਸ ਤਰ੍ਹਾਂ ਦਾ ਆਕਾਰ ਦੇਵੇਗਾ।